ਮੌਜੂਦ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ, ਸਵਾਗਤ ਹੈ ਜੀ ਤੁਹਾਡਾ ਜ਼ੀ ਮੀਡੀਆ ਤੇ। ਸਿੱਧੂ ਸਾਹਿਬ, ਜਿਹੜੀ ਬੀਤੇ ਦਿਨ ਦੀ ਤੁਹਾਡੀ ਦਲੀਲ ਦਿੱਤੀ ਗਈ ਹੈ ਸਰਕਾਰ ਦੁਆਰਾ, ਪੰਜਾਬ ਸਰਕਾਰ ਦੁਆਰਾ, ਉਹ ਕਿਹੜੇ ਕਿਹੜੇ ਪੱਖ ਤੁਸੀਂ ਕੋਰਟ ਦੇ ਵਿੱਚ ਰੱਖੇ ਗਏ ਨੇ ਜਿਸ ਦੇ ਤਹਿਤ ਤੁਹਾਨੂੰ ਟ੍ਰਾਂਜ਼ਿਟ ਵਾਰੰਟ ਹੈ ਜਿਹੜਾ ਉਹ ਮਿਲਿਆ ਲਾਰੈਂਸ ਬਿਸ਼ਨੋਈ ਦਾ? ਦੇਖੋ ਜੀ, ਜਦੋਂ 29 ਮਈ ਨੂੰ ਇਹ ਬਰੂਟਲ ਮਰਡਰ ਹੋਇਆ, ਉਦੋਂ ਬਾਅਦ ਸਾਡੇ ਚੀਫ ਮਿਨਿਸਟਰ ਸਾਹਿਬ ਦੀ ਡਾਇਰੈਕਸ਼ਨਸ ਤੇ ਸਾਰੀ ਪੁਲਿਸ ਐਕਟਿਵ ਹੋਈ ਤੇ ਬੜਾ ਸੀਕ੍ਰੇਟ ਤੌਰ ਤੇ ਇਨਵੈਸਟੀਗੇਸ਼ਨਸ ਕੀਤੀ ਗਈ। ਉਹਦੇ ਵਿੱਚ ਕਈ ਜਿਹੜੇ ਮੁਲਜ਼ਮ ਹੈ ਫੜੇ ਵੀ ਗਏ ਤੇ ਇਹ ਸਾਰੀ ਜਿਹੜੀ ਸੀਕ੍ਰੇਸੀ ਮੇਨਟੇਨ ਕੀਤੀ ਗਈ। ਡਾਇਰੈਕਸ਼ਨਸ ਚੀਫ ਮਿਨਿਸਟਰ ਸਾਹਿਬ ਤੇ ਪੁਲਿਸ ਲੈਵਲ ਤੇ ਵੀ, ਪੁਲਿਸ ਡਿਪਾਰਟਮੈਂਟ ਤੇ ਵੀ ਤੇ ਐਡਵੋਕੇਟ ਜਨਰਲ ਆਫਿਸ ਤੇ ਵੀ। ਤਾਂ ਇਟ ਵਾਜ਼ ਇਨ ਕੋਆਰਡੀਨੇਸ਼ਨ ਵਿਦ ਦੀ ਐਡਵੋਕੇਟ ਜਨਰਲ ਆਫਿਸ ਆਲਸੋ, ਜਿੱਥੇ ਸਾਨੂੰ ਨੈਸੈਸਰੀ ਅਸੀਂ ਐਡਵਾਈਸ ਦੇ ਸਕਦੇ ਸੀ, ਅਸੀਂ ਪੁਲਿਸ ਨੂੰ ਐਡਵਾਈਸ ਪ੍ਰੋਵਾਈਡ ਕੀਤਾ ਤੇ ਉਸ ਦੇ ਤਰੀਕੇ 29 ਦੇ ਨਾਲ 29 ਜੁੜਦੀ ਗਈ। ਅਲਟੀਮੇਟਲੀ ਸਾਰੀਆਂ ਚੀਜ਼ਾਂ ਨੂੰ ਲਿੰਕ ਕਰਕੇ 13 ਤਰੀਕ ਨੂੰ ਅਸੀਂ ਲਾਰੈਂਸ ਬਿਸ਼ਨੋਈ ਜੀ ਨੂੰ ਬਾਈ ਰਪਟ ਪੰਜਾਬ ਪੁਲਿਸ ਨੇ ਨੋਮੀਨੇਟ ਕੀਤਾ। 14 ਨੂੰ ਇਹਨਾਂ ਦਾ ਰਿਮਾਂਡ ਸੀ, ਦਿੱਲੀ ਪੁਲਿਸ ਨੇ ਰਿਮਾਂਡ ਲਿਆ ਸੀ ਜਿਹੜਾ ਕਿ 14 ਤੱਕ ਸੀ। ਤਾਂ 14 ਨੂੰ ਅਸੀਂ ਇੱਥੇ ਹਾਜ਼ਰ ਆਏ। ਹਾਜ਼ਰ ਹੋ ਕੇ 2 ਐਪਲੀਕੇਸ਼ਨਸ ਅਸੀਂ ਦਿੱਤੀਆਂ। ਇੱਕ ਵੀ ਸਾਨੂੰ ਅਰੈਸਟ ਦੀ ਪਰਮਿਸ਼ਨ ਦਿੱਤੀ ਜਾਵੇ, ਦੂਜਾ ਆਫਟਰ ਦੀ ਅਰੈਸਟ ਸਾਨੂੰ ਟ੍ਰਾਂਜ਼ਿਟ ਰਿਮਾਂਡ ਦਿੱਤਾ ਜਾਵੇ। ਤੇ ਅਸੀਂ ਬੜੇ ਪਾਰਟੀਕੂਲਰ ਫੇਅਰ ਤਰੀਕੇ ਨਾਲ ਗੱਲ ਕੀਤੀ ਵੀ ਸਾਨੂੰ 1 ਦਿਨ ਦਾ ਰਿਮਾਂਡ ਹੀ ਚਾਹੀਦਾ। ਤਾਂ ਕੋਰਟ ਨੇ ਬੜੀ ਡਿਟੇਲ ਆਰਗੂਮੈਂਟਸ ਲਈਆਂ, ਉਹਨਾਂ ਦੀ ਸਾਈਡ ਦੇ ਵੀ, ਉਹਨਾਂ ਦੇ ਪੱਖ ਤੋਂ ਵੀ ਬਹੁਤ ਚੰਗੇ ਤੇ ਸੁਚੱਜੇ ਢੰਗ ਦੇ ਨਾਲ ਆਰਗੂਮੈਂਟ ਹੋਈ ਹੈ। ਜੋ ਅਗਲਾ ਐਡਵੋਕੇਟ ਆਪਦੇ ਕਲਾਇੰਟ ਦੇ ਲਈ ਕਰ ਸਕਦਾ ਉਹਨਾਂ ਨੇ ਕੀਤਾ। ਅਸੀਂ ਜੋ ਆਪਦੀ ਸਟੇਟ ਲਈ ਐਟ ਦੀ ਡਾਇਰੈਕਸ਼ਨ ਆਫ ਆਰ ਚੀਫ ਮਿਨਿਸਟਰ ਕੇਸ ਪ੍ਰੈਜ਼ੈਂਟ ਕੀਤਾ, ਪੰਜਾਬ ਦੇ ਪੀਪਲਸ ਦੀ ਬਿਹਾਫ ਤੇ ਵੀ ਕੇਸ ਪ੍ਰੈਜ਼ੈਂਟ ਕੀਤਾ ਵੀ ਜਿਸ ਤਰੀਕੇ ਦਾ ਇਹ ਮਰਡਰ ਹੋਇਆ ਇਹਦੇ ਵਿੱਚ ਜਿਹੜੇ ਵੀ ਲਿੰਕ ਕੜੀ ਹੈਗੀ ਉਹ ਸਾਰੀਆਂ ਜੋੜਨੀਆਂ। ਉਹ ਕੜੀਆਂ ਅਲਟੀਮੇਟਲੀ ਆ ਕੇ ਲਾਰੈਂਸ ਬਿਸ਼ਨੋਈ ਤੇ ਰੁਕਦੀਆਂ ਤੇ ਸਾਨੂੰ ਇਹਦੀ ਅਰੈਸਟ ਬਹੁਤ ਜ਼ਰੂਰੀ ਹੈ ਤੇ ਉਵੇਂ ਸਾਨੂੰ ਇਹਦਾ ਟ੍ਰਾਂਜ਼ਿਟ ਰਿਮਾਂਡ ਬਹੁਤ ਜ਼ਰੂਰੀ ਹੈ। ਤੇ ਕੋਰਟ ਨੇ ਸਾਨੂੰ ਕੰਸੀਡਰ ਕੀਤਾ। ਕੰਸੀਡਰ ਕਰਕੇ ਜਿਹੜੀ ਸਾਡੀ ਅਰੈਸਟ ਦੀ ਐਪਲੀਕੇਸ਼ਨ ਸੀ ਉਹ ਇਮੀਡੀਏਟਲੀ ਆਫਟਰ ਸਮ ਟਾਈਮ ਹੈਜ਼ ਬੀਨ ਅਲਾਉ ਕਰ ਦਿੱਤੀ ਤੇ ਸਾਨੂੰ ਕਹਿਤਾ ਵੀ ਤੁਸੀਂ ਅਰੈਸਟ ਕਰ ਲਓ। ਅਕੋਰਡਿੰਗਲੀ ਅਸੀਂ ਕੋਰਟ ਦੇ ਕਮਾਂਡ ਨੂੰ ਓਬੇ ਕੀਤਾ, ਕੰਪਲਾਈ ਕੀਤਾ ਤੇ ਅਰੈਸਟ ਕਰ ਲਿਆ। ਦੂਜੀ ਐਪਲੀਕੇਸ਼ਨ ਹਜੇ ਡਿਟੇਲ ਲਿਖਾਉਣੀ ਸੀ ਕਿਉਂਕਿ ਉਹਨਾਂ ਦੇ ਵਕੀਲ ਸਾਹਿਬ ਨੂੰ ਬੜੀਆਂ ਇਹੋ ਜਿਹੀਆਂ ਐਪਰੀਹੈਂਸ਼ਨ ਸੀਗੀਆਂ, ਸਿਕਿਉਰਿਟੀ ਦੀਆਂ ਐਪਰੀਹੈਂਸ਼ਨ ਸੀ, ਇਨਕਾਊਂਟਰ ਦੀ ਐਪਰੀਹੈਂਸ਼ਨ ਸੀ। ਆਲਦੋ ਮੈਂ ਕਿਹਾ ਵੀ ਕੋਰਟ ਦੇ ਵਿੱਚ ਵੀ ਕੋਈ ਇਹੋ ਜਿਹੀ ਗੱਲ ਨਹੀਂ, ਅਸੀਂ ਜੋ ਕਰਾਂਗੇ ਇਨ ਅਕੋਰਡੈਂਸ ਵਿਦ ਦੀ ਲਾਅ ਕਰਾਂਗੇ, ਬਟ ਕ੍ਰਾਈਮ ਮਸਟ ਬੀ ਪੁਨਿਸ਼ਡ। Criminal should not go unpunished. Whosoever he is to be brought to the books. ਤਾਂ ਜੋ ਤੁਸੀਂ ਡਾਇਰੈਕਸ਼ਨਸ ਦਿਓਗੇ ਅਸੀਂ ਉਹ ਕਮਾਂਡ ਨੂੰ ਓਬੇ ਕਰਾਂਗੇ। ਫਿਰ ਡਿਟੇਲ ਸਾਡਾ ਜਿਹੜਾ ਟ੍ਰਾਂਜ਼ਿਟ ਰਿਮਾਂਡ ਉਹਨਾਂ ਨੇ ਸਾਨੂੰ ਅਲਾਉ ਕੀਤਾ ਲੇਟ ਈਵਨਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀਆਂ ਉਸ ਦੇ ਵਿੱਚ ਡਾਇਰੈਕਸ਼ਨ ਸੀਗੀਆਂ ਉਹ ਅਸੀਂ ਫੋਲੋ ਕੀਤੀਆਂ। ਇਮੀਡੀਏਟਲੀ ਮੈਡੀਕਲ ਲਈ ਅਸੀਂ ਭੇਜਿਆ, ਮੈਡੀਕਲ ਕਰਾ ਕੇ ਫਿਰ ਜਿਹੜੀ ਸਾਡੀ ਟੀਮ ਸੀ ਸਾਰੀ ਪੁਲਿਸ ਦੀ ਉਹ ਮਾਨਸਾ ਕਿੰਨੀ, ਕਿਉਂਕਿ ਮਾਨਸਾ ਦੀ ਕੰਪੀਟੈਂਟ ਕੋਰਟ ਤੋਂ ਅਸੀਂ ਵਾਰੰਟ ਆਫ ਅਰੈਸਟ ਲਿਆ ਸੀ। ਅਸੀਂ ਹਰ ਇੱਕ ਚੀਜ਼ ਪ੍ਰੋਸੀਜਰਲ ਫੋਲੋ ਕੀਤੀ ਸੀ, ਵਾਰੰਟ ਆਫ ਅਰੈਸਟ ਲੈ ਕੇ ਆਏ ਸੀ ਤੇ ਉਸ ਦੇ ਮੁਤਾਬਿਕ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਿਕ 24 ਘੰਟੇ ਦੇ ਅੰਦਰ ਅੰਦਰ ਅਸੀਂ ਉਹਨੂੰ ਉਸ ਕੰਪੀਟੈਂਟ ਕੋਰਟ ਦੇ ਅੱਗੇ ਪੇਸ਼ ਕਰਨਾ ਸੀ। ਔਰ ਤੁਸੀਂ ਦੇਖਿਆ ਵੀ ਹੁਣ ਅਸੀਂ 24 ਘੰਟੇ ਵੀ ਨਹੀਂ ਲਏ, ਉਦੋਂ ਪਹਿਲੇ ਹੀ ਸਾਡੀ ਜਿਹੜੀ ਮਤਲਬ ਸੈਲਿਊਟ ਟੂ ਆਰ ਮੈਨ ਆਫ ਦੀ ਯੂਨੀਫਾਰਮ ਫੋਰਸਿਸ ਇਮੀਡੀਏਟਲੀ ਉਹ ਪ੍ਰੋਸੀਡ ਹੋਏ ਮਾਨਸਾ ਇਨ ਦੀ ਅਰਲੀ ਵੀ ਆਰਸ ਆਫ ਦੀ ਮਾਰਨਿੰਗ। ਜਿਵੇਂ ਹੁਣ ਤੁਸੀਂ ਨਿਊਜ਼ 'ਚ ਵੀ ਪੜ੍ਹਦੇ ਹੋ ਕਿ ਉੱਥੇ ਜਾ ਕੇ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਤਾਂ ਉਦੋਂ ਅੱਗੇ ਉਹਦਾ 7 ਦਿਨ ਦਾ ਰਿਮਾਂਡ ਲਿਆ ਗਿਆ ਤੇ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਨਾਓ ਬਾਲ ਇਜ਼ ਇਨ ਦੀ ਕੋਰਟ ਆਫ ਦੀ ਇਨਵੈਸਟੀਗੇਟਿੰਗ ਏਜੰਸੀ। ਸਾਡਾ ਅਸੀਂ ਜੋ ਡਿਊਟੀ ਕਰਨੀ ਸੀ ਉਹ ਲੀਗਲ ਡਿਊਟੀ ਅਸੀਂ ਕੀਤੀ। ਉਹ ਲੀਗਲ ਡਿਊਟੀ ਦੇ ਵਿੱਚ ਅਸੀਂ ਕੇਸ ਪ੍ਰੈਜ਼ੈਂਟ ਕੀਤਾ on behalf of the state of Punjab at the directions of the Honorable Chief Minister of the Punjab and also taking the inner core hurt feeling of the people of the Punjab. ਸੋ ਬਿਲਕੁਲ ਕਿਤੇ ਨਾ ਕਿਤੇ ਦਬਾਅ ਵੀ ਹੈ ਪੰਜਾਬ ਸਰਕਾਰ ਤੇ ਇਸ ਪੂਰੇ ਕਤਲकांड ਤੋਂ ਬਾਅਦ। ਜੇਕਰ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਤਾਂ ਸਿੱਧੇ ਤੌਰ ਤੇ ਨਾਮ ਲਾਰੈਂਸ ਬਿਸ਼ਨੋਈ ਦਾ ਇਸ ਕੇਸ ਦੇ ਵਿੱਚ ਨਹੀਂ ਆਇਆ। ਹਾਲਾਂਕਿ ਉਸ ਦੇ ਜਿਹੜੇ ਗੁਰਗੇ ਅਰੈਸਟ ਕੀਤੇ ਗਏ ਨੇ ਉਹਨਾਂ ਦੁਆਰਾ ਇਹੀ ਗੱਲਬਾਤ ਕੀਤੀ ਗਈ ਕਿ ਅਸੀਂ ਉਹਨਾਂ ਦੇ ਨਾਲ ਅਟੈਚ ਹੈ, ਲਾਰੈਂਸ ਬਿਸ਼ਨੋਈ ਦੇ ਨਾਲ ਜਾਂ ਫਿਰ ਗੋਲਡੀ ਬਰਾੜ ਹੋਰਾਂ ਦੇ ਨਾਲ ਅਟੈਚ ਹੈ। ਕਿ ਲੱਗਦਾ ਕਿ ਪੁੱਛਗਿੱਛ ਦੇ ਦੌਰਾਨ ਕੋਈ ਸਿਆਸੀ ਐਂਗਲ ਵੀ ਸਾਹਮਣੇ ਆ ਸਕਦਾ, ਜਾਂ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਕਿਉਂਕਿ ਕਾਫੀ ਅਹਿਮ ਚੀਜ਼ਾਂ, ਅਹਿਮ ਕੜੀਆਂ ਨਾਲ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਲਾਰੈਂਸ ਬਿਸ਼ਨੋਈ ਦੇ। ਦੇਖੋ ਜੀ, ਕੰਪਲੇਨੈਂਟ ਜਿਹੜੇ ਇਸ ਕੇਸ ਦੇ ਵਿੱਚ ਸੀ ਉਹਨਾਂ ਦੇ ਫਾਦਰ ਸੀ ਸ਼ੁਭਦੀਪ ਸਿੰਘ ਦੇ, ਜਿਹੜੇ ਜਿਹਨੂੰ ਆਪਾਂ ਮੂਸੇਵਾਲਾ, ਸਿੱਧੂ ਮੂਸੇਵਾਲਾ ਕਹਿੰਦੇ ਹਾਂ। ਉਹਨਾਂ ਨੇ ਕੰਪਲੇਂਟ ਦੇ ਵਿੱਚ ਹੀ
FIR ਦੇ ਵਿੱਚ ਹੀ ਲਾਰੈਂਸ ਗਰੁੱਪ ਲਿਖਿਆ ਸੀ। ਉੱਥੋਂ ਫਿਰ ਜਿਹੜੀ ਬੇਸਿਕ ਕੜੀ ਜੁੜ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਪਲੀਮੈਂਟਰੀ ਸਟੇਟਮੈਂਟ ਦੇ ਵਿੱਚ ਵੀ ਉਹਨਾਂ ਨੇ ਬੜਾ ਪਾਰਟਿਕੂਲਰ ਇਸ ਮੁਲਜ਼ਮ ਦਾ ਨਾਂ ਲਿਆ ਸੀ। ਤਾਂ ਕੋਈ ਜਿਹੜੀ ਪੋਲੀਟੀਕਲ ਆਸਪੈਕਟ ਹੈ ਜਾਂ ਕੋਈ ਹੋਰ ਚੀਜ਼ਾਂ ਲਿੰਕਡ ਹੈ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨਸ ਦੇ ਵਿੱਚ ਹੈ, ਕਿਉਂਕਿ ਸਾਡਾ ਰੋਲ ਤਾਂ with regard to the legal matters see to perform the legal duty to argue with regard to the applications, the two applications ਜਿਹੜੀਆਂ ਮੈਂ ਮੈਂਸ਼ਨ ਕੀਤੀਆਂ ਉਹਨਾਂ ਦਾ ਕੋਰਟ ਦੇ ਅੱਗੇ ਅਸੀਂ ਆਰਗੂ ਕੀਤਾ। ਮਤਲਬ ਤੁਸੀਂ ਖਾਸ ਤੌਰ ਤੇ ਜਿਹੜਾ ਬੀਤੇ ਦਿਨ ਦੀ ਉੱਥੇ ਸਟਰੋਂਗਲੀ ਉਸ ਚੀਜ਼ ਨੂੰ ਮੰਗਿਆ ਕਿ ਸਾਨੂੰ ਜਿਹੜਾ ਇਹਦਾ ਵਾਰੰਟ ਦਿੱਤਾ ਜਾਵੇ ਜਾਂ ਖਾਸ ਤੌਰ ਤੇ ਪੰਜਾਬ ਲਿਆਉਣ ਦੇ ਲਈ ਸਾਨੂੰ ਦਿੱਤਾ ਜਾਵੇ, ਉਸ ਨੂੰ ਲੈ ਕੇ ਪ੍ਰੋਪਰ ਜਜਮੈਂਟ ਦੀ ਕਾਪੀ ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਕੋਰਟ ਦੁਆਰਾ? ਕੋਰਟ ਨੇ ਕਿਹਾ ਜੀ ਸਿਕਿਉਰਿਟੀ ਮੇਨਟੇਨ ਕਰੋ ਇਹਦੀ ਥਰੂ ਆਊਟ ਦੀ ਰੂਟ। ਕੋਰਟ ਨੇ ਕਿਹਾ ਕਿ ਇਹਦਾ ਇਮੀਡੀਏਟ ਮੈਡੀਕਲ ਕਰਾਓ। ਕੋਰਟ ਨੇ ਕਿਹਾ ਵੀ ਉੱਥੇ ਜਾ ਕੇ ਵੀ ਮੈਡੀਕਲ ਕਰਾਇਓ। ਅਸੀਂ ਇਹ ਸਾਰੀਆਂ ਚੀਜ਼ਾਂ ਕੰਪਲਾਈ ਕੀਤੀਆਂ ਤੇ ਇਹਦੀ ਜਿਹੜੀ ਇਹ ਰਸਤੇ ਦੇ ਵਿੱਚ ਕੋਈ ਜਿਵੇਂ ਇਹਨਾਂ ਦੀ ਐਪਰੀਹੈਂਸ਼ਨ ਇਹਨਾਂ ਦੇ ਵਕੀਲ ਸਾਹਿਬ ਦੀ, ਉਹ ਸਾਰੀਆਂ ਐਪਰੀਹੈਂਸ਼ਨਸ ਜਿਹੜੀਆਂ ਹੈ ਉਹਨਾਂ ਨੂੰ ਇਹ ਪਲੱਗ ਆਊਟ ਔਰ ਲੂਜ਼ ਆਊਟ ਕਰੋ। ਮਤਲਬ ਕੋਈ ਇਹੋ ਜਿਹੀ ਐਪਰੀਹੈਂਸ਼ਨ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਆ ਉਹ ਵਾਪਰੇ ਨਾ, ਤੇ ਉਹ ਤੁਹਾਡੇ ਸਾਹਮਣੇ ਹੀ ਇਜ਼ ਨਾਓ ਇਨ ਦੀ ਪੁਲਿਸ ਕਸਟਡੀ। ਅੱਛਾ, ਪਿਛਲੇ ਦਿਨੀ ਗੁਜਰਾਤ ਤੋਂ ਵੀ ਅਹਿਮ ਗ੍ਰਿਫਤਾਰੀਆਂ ਕੀਤੀਆਂ ਮਹਾਰਾਸ਼ਟਰ ਪੁਲਿਸ ਨੇ ਤੇ ਪੰਜਾਬ ਪੁਲਿਸ ਦੀ 3 ਮੈਂਬਰੀ ਟੀਮ ਵੀ ਉੱਥੇ ਪਹੁੰਚੀ ਹੈ। ਕੀ ਲੱਗਦਾ ਕਿ ਉਹ ਜਿਹੜੀ ਟੀਮ ਉੱਥੇ ਪਹੁੰਚੀ ਜਾਂ ਫਿਰ ਉਹਦੇ ਮੁਤਲਕ ਵੀ ਤੁਸੀਂ ਅੱਗੇ ਕੋਰਟ ਦੇ ਵਿੱਚ ਉਹ ਸਾਰੀਆਂ ਦਲੀਲਾਂ ਨੂੰ ਰੱਖੋਗੇ ਕਿ ਕਿਤੇ ਨਾ ਕਿਤੇ ਕੜੀ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਹੁਣ ਜਿਵੇਂ 7 ਦਿਨ ਦਾ ਰਿਮਾਂਡ ਲਿੱਤਾ ਗਿਆ ਲਾਰੈਂਸ ਬਿਸ਼ਨੋਈ ਦਾ। ਦੇਖੋ, ਇਹ ਸਾਰੀਆਂ ਮੈਟਰਸ ਹੈਗੀਆਂ ਇਨਵੈਸਟੀਗੇਸ਼ਨਸ ਦੀਆਂ। ਸਾਡੀ ਜਿਹੜੀ ਸਟੈਚੂਟਰੀ ਫੋਰਸ ਹੈ, ਪੁਲਿਸ ਫੋਰਸ, ਉਹ ਇਨਵੈਸਟੀਗੇਟ ਕਰ ਰਹੀ ਹੈ। ਕਿਤੋਂ ਵੀ ਉਹਨਾਂ ਨੂੰ ਸਾਡੀ ਕੋਈ ਲੀਗਲ ਐਡਵਾਈਸ ਦੀ ਜ਼ਰੂਰਤ ਹੋਈ ਜਾਂ ਕੋਈ ਪਟੀਸ਼ਨ ਪੈਂਦੀ ਹੈ ਕਿਸੇ ਦੇ ਬਿਹਾਫ 'ਤੇ ਜਾਂ ਕਿਸੇ ਤਰੀਕੇ ਅਸੀਂ ਕੋਈ ਰਿਮਾਂਡ ਦੇ ਲਈ ਕੋਈ ਤਿਆਰੀ ਕਰਨੀ ਹੈ ਕਿਸੇ ਹੋਰ ਅਕਿਊਜ਼ ਦੀ, ਤਾਂ ਅਸੀਂ ਫੋਲੋ ਕਰਾਂਗੇ ਲੀਗਲ ਪ੍ਰੋਸੀਡਿੰਗ। ਇਨਵੈਸਟੀਗੇਟਿੰਗ ਜਿਹੜੀ ਵੀ ਆ ਉਹ ਉਹਨਾਂ ਦਾ ਪਰਵਿਊ ਹੈ, ਉਹਨਾਂ ਦਾ ਪ੍ਰੈਰੋਗੇਟਿਵ ਹੈ, ਉਹਨਾਂ ਨੂੰ ਕਰਨ ਦਿਓ। ਜਿਉਂ-ਜਿਉਂ ਤੁਹਾਡੇ ਸਾਹਮਣੇ ਆਉਣਗੀਆਂ ਡੇ ਬਾਈ ਡੇ, ਜਿਸ ਤਰੀਕੇ ਕਿੰਨੀ ਫਾਸਟ ਇਨਵੈਸਟੀਗੇਸ਼ਨ ਹੋ ਰਹੀ ਹੈ, ਤੁਸੀਂ TV 'ਤੇ ਦੇਖਿਆ ਹੋਣਾ। ਇਮੀਡੀਏਟਲੀ ਸੁਬਾਹ ਮਾਰਨਿੰਗ ਲੈ ਕੇ ਰਿਮਾਂਡ ਪੁਲਿਸ ਖਰੜ CIA ਸਟਾਫ ਪਹੁੰਚ ਗਈ ਹੈ ਲੈ ਕੇ ਅਕਿਊਜ਼ ਨੂੰ, ਤਾਂ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਉਹਨਾਂ ਦੇ ਉੱਪਰ ਹੈ। ਜੋ ਮਤਲਬ ਪੰਜਾਬ ਗਵਰਨਮੈਂਟ ਇਸ ਚੀਜ਼ ਨੂੰ ਪੂਰਾ ਸਟਰੋਂਗਲੀ ਤਰੀਕੇ ਦੇ ਨਾਲ ਬਹੁਤ ਜ਼ਿਆਦਾ CM ਸਾਹਿਬ ਤਾਂ ਬੜੇ ਜ਼ਿਆਦਾ ਕੰਸਰਨਡ ਸੀ। ਰਾਦਰ ਜਦੋਂ ਅਸੀਂ ਕੱਲ੍ਹ ਦੀਆਂ ਵੀ ਜਿਹੜੀਆਂ ਪ੍ਰੋਸੀਡਿੰਗ ਸੀ ਤੁਸੀਂ ਦੇਖੋ, ਆਈ ਵਾਜ਼ ਡਾਇਰੈਕਟਲੀ ਇਨ ਟੱਚ ਵਿਦ ਦੀ ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਵਾਟ ਇਜ਼ ਹੈਪਨਿੰਗ, ਕਿਉਂਕਿ ਉਹਨਾਂ ਦੀ ਬੜੀ ਇਹ ਡੀਪ ਫੀਲਿੰਗਸ ਗਈਆਂ, ਕਿਉਂਕਿ ਇੱਕ ਸੈਲੀਬ੍ਰਿਟੀ ਸੀ ਸਾਡੀ ਸਟੇਟ ਦਾ। ਉਹਦਾ ਸਾਡੀ ਸਟੇਟ ਨੂੰ ਹੀ ਕੰਟਰੀਬਿਊਸ਼ਨ ਨਹੀਂ ਸੀ, ਸਾਰੇ ਨੇਸ਼ਨ ਨੂੰ ਕੰਟਰੀਬਿਊਸ਼ਨ ਸੀ, ਸਾਰੇ ਵਰਲਡ ਨੂੰ ਕੰਟਰੀਬਿਊਸ਼ਨ ਸੀ। ਜਿਸ ਤਰੀਕੇ ਉਹਨਾਂ ਨੇ ਆਪਦੀ ਗਾਇਕੀ ਨੂੰ ਪ੍ਰਸਿੱਧ ਕੀਤਾ ਸੀ, ਤਾਂ ਸਾਡਾ ਫਰਜ਼ ਹੈ ਕਿ ਉਸ ਮਾਂ-ਬਾਪ ਨੂੰ ਦੇਖੋ, ਉਹ ਚੀਜ਼ ਤਾਂ ਮੋੜੀ ਨਹੀਂ ਜਾ ਸਕਦੀ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਉਹਦਾ ਭਾਣਾ ਹੈ, ਪਰ ਅਸੀਂ ਐਟ ਲੀਸਟ ਉਹਨੂੰ ਥੋੜ੍ਹਾ ਬਹੁਤ ਸੂਦਨ ਆਊਟ ਕਰਕੇ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਹੋਵੇ ਵੀ ਵਾਕਈ ਅਸੀਂ ਉਹਨਾਂ ਨੂੰ ਜਸਟਿਸ ਦਿਲਾ ਰਹੇ ਹਾਂ ਇਨਵੈਸਟੀਗੇਸ਼ਨ ਦੇ ਤੌਰ ਤੇ, ਲੀਗਲ ਤੌਰ ਤੇ, ਉਹ ਅਸੀਂ ਕੀਤਾ। ਮਤਲਬ ਕਿ ਇਨਵੈਸਟੀਗੇਸ਼ਨ ਦੇ ਵਿੱਚ ਭਾਵੇਂ ਕੋਈ ਵੀ ਨਾਮਜ਼ਦ ਹੋਵੇ ਉਸ ਨੂੰ ਸਖਤ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਏਗਾ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬਿਲਕੁਲ ਬਿਲਕੁਲ। ਦੇਖੋ ਜੀ, ਕਰਨਾ ਤਾਂ ਇਹ ਸਾਰਾ ਇਨਵੈਸਟੀਗੇਟਿੰਗ ਏਜੰਸੀਜ਼ ਨੇ, ਪਰ ਸਾਡੇ ਚੀਫ ਮਿਨਿਸਟਰ ਸਾਹਿਬ ਬੜੇ ਇਹਦੇ ਨਾਲ ਡੀਪਲੀ ਕੰਸਰਨਡ ਹੈ। ਕੈਮਰਾਮੈਨ ਜੈ ਪ੍ਰਕਾਸ਼ ਦੇ ਨਾਲ ਗੁਰਪ੍ਰੀਤ ਸਿੰਘ, ਜ਼ੀ ਮੀਡੀਆ, ਦਿੱਲੀ।